ਸਮਾਂ ਬਹੁਤ ਬੀਤ ਗਿਆ 35 ਸਾਲ ਦਾ, ਪਰ ਹੁਣ ਇਹਦੇ ਤੇ ਸਮੁੱਚੇ ਪੰਜਾਬ ਨੂੰ, ਸਮੁੱਚੇ ਸਿੱਖ ਪੰਥ ਨੂੰ ਬੋਲਣ ਦੀ ਲੋੜ ਆ। ਆਖਰ ਜੇ 4 ਕਤਲ ਹੋਏ ਆ ਤੇ ਉਹਦੇ ਜ਼ਿੰਮੇਵਾਰ ਕੌਣ ਆ ਤੇ ਦੋਸ਼ੀ ਕੌਣ ਆ? ਦੇਖੋ 35 ਸਾਲਾਂ ਤੋਂ ਆਪਣੇ ਬੱਚਿਆਂ ਦੀ ਪੈਰਵਾਈ ਕਰਨੀ, ਸਿਰੜ ਉਹਨਾਂ ਦਾ ਕਿੱਡਾ ਹੈਗਾ। ਇਸ ਮੁੱਦੇ ਨੂੰ ਕਾਂਗਰਸ ਨੇ ਇਲੈਕਸ਼ਨ ਲਈ ਵਰਤਿਆ ਗਿਆ, ਜਿਹੜਾ ਕਿ ਨਹੀਂ ਸੀ ਵਰਤਣਾ ਚਾਹੀਦਾ। ਜਦੋਂ ਇਹ ਘਟਨਾ ਵਾਪਰਦੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਸੀ। ਸਿੱਖ ਕਮਿਊਨਿਟੀ ਨੂੰ ਜਿਹੜਾ ਇਨਸਾਫ ਕਿਉਂ ਨਹੀਂ ਮਿਲ ਰਿਹਾ, ਨਾ ਸਟੇਟ ਸਰਕਾਰ ਤੋਂ ਤੇ ਨਾ ਕੇਂਦਰ ਸਰਕਾਰ ਤੋਂ, ਨਾ ਜਿਹੜਾ ਹੈਗਾ ਉੱਚ ਅਦਾਲਤਾਂ ਤੋਂ। ਕਿਸੇ ਤਖਤ ਦੇ ਜਥੇਦਾਰ ਨੇ ਇਹ ਧਰਨੇ ਵਿੱਚ ਉਹ ਬੈਠਾ ਨਹੀਂ ਆ ਕੇ, ਪਰ 1986 ਦੀ ਇਹ ਘਟਨਾ ਵਾਪਰਦੀ, 4 ਸਿੱਖ ਨੌਜਵਾਨ ਸ਼ਹੀਦ ਹੁੰਦੇ ਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹਰਚਰਨ ਸਿੰਘ ਮਾਲੋ ਸਾਹਿਬ ਉਹ ਧਰਨੇ 'ਚ ਆ ਕੇ ਬੈਠਦੇ ਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਆ, ਤੁਸੀਂ ਦੱਸੋ ਪੰਥਕ ਸਰਕਾਰ ਕਹਾਉਂਦੀ ਹੋਵੇ, ਜਥੇਦਾਰ ਧਰਨੇ ਤੇ ਬੈਠਾ ਹੋਵੇ ਤੇ ਇਹ ਤੇ ਇਨਸਾਫ ਨਾ ਮਿਲੇ ਸਿੱਖਾਂ ਨੂੰ? ਬੇਅਦਬੀ ਇਹ ਸ਼ਬਦ ਜਦੋਂ ਇੱਕਦਮ ਸਾਡੇ ਸਾਹਮਣੇ ਆਉਂਦਾ ਤੇ ਕਈ ਘਟਨਾਵਾਂ ਆਪਣੇ ਆਪ ਅੱਖਾਂ ਦੇ ਆਲੇ ਦੁਆਲੇ ਘੁੰਮਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜ਼ਿਆਦਾਤਰ ਸਾਨੂੰ ਯਾਦ ਆਉਂਦੀ ਹੈ 2015 ਦੀ ਬੇਅਦਬੀ ਦੀ ਘਟਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਸ ਤੋਂ ਬਾਅਦ ਗੋਲੀकांड ਵਾਪਰਦਾ ਹੈ। ਪਰ ਇਹਦੇ ਤੋਂ ਲਗਭਗ 3 ਦਹਾਕੇ ਪਹਿਲਾਂ 1986 ਦੇ ਵਿੱਚ ਫਰਵਰੀ ਮਹੀਨੇ ਨਕੋਦਰ ਦੇ ਵਿੱਚ ਇੱਕ ਬੇਅਦਬੀ ਕਾਂਡ ਵਾਪਰਦਾ, ਜਿਹਦੇ ਵਿੱਚ 5 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੁੰਦੇ ਆ। ਉਹਦੇ ਤੋਂ ਬਾਅਦ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤੇ ਜਦੋਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤੇ ਪੁਲਿਸ ਦੀ ਗੋਲੀ ਦੇ ਨਾਲ 4 ਨੌਜਵਾਨ ਸ਼ਹੀਦ ਹੋ ਜਾਂਦੇ ਆ। ਅੱਜ 4 ਫਰਵਰੀ ਹੈ ਜਿਸ ਸਮੇਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਤੇ 4 ਫਰਵਰੀ ਨੂੰ ਹੀ ਉਹ ਸਾਕਾ ਨਕੋਦਰ ਕਾਂਡ ਜਿਹਨੂੰ ਕਿਹਾ ਜਾਂਦਾ ਆ ਉਹ ਵਾਪਰਿਆ ਸੀਗਾ। 3 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਉਸ ਮਾਮਲੇ ਦੇ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲਿਆ। ਲਗਾਤਾਰ ਪੀੜਿਤ ਪਰਿਵਾਰ ਗੱਲ ਰੱਖ ਰਹੇ ਨੇ ਸਰਕਾਰ ਦੇ ਅੱਗੇ, ਸਰਕਾਰੇ ਦਰਬਾਰੇ ਗੱਲ ਕੀਤੀ ਜਾ ਰਹੀ ਹੈ। ਇੱਕ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵੀ ਬਣਾਇਆ ਗਿਆ ਸੀ, ਉਹਦੀ ਰਿਪੋਰਟ ਵੀ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਹੁਣ ਇਸ ਸਮੇਂ ਇਸ ਨੁਕਤੇ ਨੂੰ ਲੈ ਕੇ ਵਿਸ਼ਵ ਭਰ ਦੇ ਵਿੱਚ ਆਵਾਜ਼ ਬੁਲੰਦ ਹੋਣੀ ਸ਼ੁਰੂ ਹੋ ਗਈ ਹੈ। ਇਹ ਖਬਰਾਂ ਆ ਰਹੀਆਂ ਨੇ ਕਿ ਤਕਰੀਬਨ 10 ਮੁਲਕਾਂ ਦੇ ਵਿੱਚ ਇਸ ਮੌਕੇ ਤੇ ਜਿਹੜੀ ਆ ਅਰਦਾਸ ਕੀਤੀ ਜਾ ਰਹੀ ਹੈ ਔਰ ਮਤੇ ਪੁਗਾਏ ਜਾ ਰਹੇ ਆ ਕਿ ਨਕੋਦਰ ਸਾਕੇ ਦੇ ਇਨਸਾਫ ਦੇ ਲਈ ਗੁਹਾਰ ਲਗਾਈ ਜਾਏਗੀ। ਖਾਲਸਾ ਜੀ, ਜਿਵੇਂ ਕਿ ਆਪ ਜਾਣਦੇ ਹੋ, ਇਸ ਸਾਲ ਨਕੋਦਰ ਦੇ ਸ਼ਹੀਦਾਂ ਦੀ 35ਵੀਂ ਵਰ੍ਹੇਗੰਢ ਹੈ। ਇਹ ਉਹ ਸ਼ਹੀਦ ਹਨ ਜਿਨ੍ਹਾਂ ਨੇ 1986 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦੇ ਹੋਏ ਆਪਣੀਆਂ ਕੀਮਤੀ ਜਾਨਾਂ ਵਾਰ ਦਿੱਤੀਆਂ। ਅਜੇ ਤੱਕ ਉਹਨਾਂ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ। ਸੋ ਉਹ ਜਿਹੜੀ ਮੁਹਿੰਮ ਆ ਅੱਜ 35 ਸਾਲਾਂ ਤੋਂ ਚੱਲ ਰਹੀ ਹੈ, ਉਸੇ ਦੇ ਸਬੰਧ ਦੇ ਵਿੱਚ ਗਲੋਬਲ ਅਵੇਅਰਨੈਸ ਡੇ 4 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਅਰਦਾਸਾਂ ਹੋਣਗੀਆਂ, ਗੁਰਦੁਆਰਾ ਨਨਕਾਣਾ ਸਾਹਿਬ ਤੇ ਵੀ ਅਰਦਾਸਾਂ ਹੋਣਗੀਆਂ ਉਸੇ ਦਿਨ, ਤੇ ਨਾਲ ਹੀ ਯੂਰਪ ਦੇ ਸਾਰੇ ਗੁਰੂ ਘਰਾਂ ਦੇ ਵਿੱਚ ਵੀ ਅਰਦਾਸ ਸਮਾਰੋਹ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਪਤਾ ਹੈ ਕਿ ਅੱਜ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸਹਿਯੋਗ ਦੇ ਨਾਲ ਨਕੋਦਰ ਸਾਕੇ ਦੇ 4 ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਹਾਈਕ ਐਂਡ ਵਾਕ ਪ੍ਰੋਗਰਾਮ ਕੀਤਾ ਸੀ, ਜੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨੇਪਰੇ ਚੜ੍ਹਿਆ ਹੈ। ਆਪ ਸਭ ਵੀਰਾਂ ਦਾ, ਭੈਣਾਂ ਦਾ, ਬੱਚਿਆਂ ਦਾ ਇੱਥੇ ਆਉਣ ਲਈ ਧੰਨਵਾਦ, ਜਿਨ੍ਹਾਂ ਨੇ ਆ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ। ਹੁਣ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ 4 ਫਰਵਰੀ ਨੂੰ ਇੰਟਰਨੈਸ਼ਨਲ ਅਵੇਅਰਨੈਸ ਦਿਨ ਮਨਾਇਆ ਜਾ ਰਿਹਾ ਹੈ ਨਕੋਦਰ ਸਾਕੇ ਦੀ ਯਾਦ ਦੇ ਵਿੱਚ, ਔਰ ਇਸ ਦੇ ਬਾਬਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਸਥਾਨ ਤੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਭੋਗ ਪਾਏ ਜਾਣਗੇ। ਇੱਕ ਕੁਐਸਚਨ ਜਿਹੜਾ ਸੀ ਵੀ ਸਾਕੇ ਨਕੋਦਰ ਦੇ ਜੇ ਪਰਿਵਾਰ ਜਿਹਨਾਂ ਉੱਪਰ ਬੀਤੀਆਂ ਉਹਨੂੰ ਪਤਾ ਹੁੰਦਾ, ਸੋ ਹੀ ਜਸਰਾ ਸਾਹਿਬ ਨੀਡਸ ਟੂ ਰਿਸਪੌਂਡ ਟੂ ਦ ਫੈਮਿਲੀ। ਤੇ ਮੈਂ ਇਹ ਵੀ ਕਹੂੰਗਾ ਤੇ ਅਸੀਂ ਵੀ ਜਸਰਾ ਸਾਹਿਬ ਨੂੰ ਕਮਿਊਨੀਕੇਟ ਕਰਾਵਾਂਗੇ, ਆਪਣੇ ਵੱਲੋਂ ਚਿੱਠੀ ਪਾਵਾਂਗੇ ਇੱਧਰੋਂ ਈਮੇਲ, ਵੀ ਫੈਮਿਲੀ ਦੇ ਨਾਲ ਇਹ ਕਮਿਊਨੀਕੇਟ ਕਰਨ, ਸਪੈਸ਼ਲੀ ਵੀ ਕਿੱਦਾਂ ਅਗਲਾ ਸਟੈਪ ਚੱਕਣਾ। ਇਸ ਬਾਬਤ ਵਿਸਥਾਰਤ ਗੱਲਬਾਤ ਕਰਾਂਗੇ। ਇਸ ਵੇਲੇ ਸਾਡੇ ਨਾਲ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਹੋਰੀ ਮੌਜੂਦ ਨੇ। ਨੌਲੀ ਸਾਹਿਬ, ਇਸ ਨੁਕਤੇ ਦੇ ਉੱਤੇ ਮੈਨੂੰ ਲੱਗਦਾ ਕਿ ਸਾਲ ਦਰ ਸਾਲ ਗੱਲਬਾਤ ਹੁੰਦੀ ਹੈ, ਜਦੋਂ ਇਹ ਦਿਨ ਆਉਂਦਾ ਉਦੋਂ ਗੱਲ ਕੀਤੀ ਜਾਂਦੀ ਹੈ।
ਪਿਛਲੇ ਸਾਲ ਵੀ ਆਪਾਂ ਗੱਲਬਾਤ ਕੀਤੀ ਸੀ, ਬਕਾਇਦਾ ਲਿਤਰਾਂ ਗਏ ਵੀ ਸੀਗੇ। ਇੱਕ ਨੌਜਵਾਨ ਜਿਹੜਾ ਸ਼ਹੀਦ ਹੋਇਆ ਸੀ ਉਹਦੇ ਪਿਤਾ ਸ਼੍ਰੀ ਬਲਦੇਵ ਹੋਰਾਂ ਨਾਲ ਆਪਾਂ ਗੱਲਬਾਤ ਵੀ ਕੀਤੀ ਸੀਗੀ। ਇਸ ਵੇਲੇ ਕੁਝ ਬਦਲਿਆ ਨਜ਼ਰ ਆਉਂਦਾ, ਕੁਝ ਵੱਖਰਾ ਨਜ਼ਰ ਆਉਂਦਾ, ਕਿਉਂਕਿ 3 ਦਹਾਕਿਆਂ ਦੇ ਸਮੇਂ ਦੇ ਵਿੱਚ ਤਾਂ ਲਗਭਗ ਉਹੀ ਸਰਕਾਰੀ ਦਰਬਾਰੇ ਗੇੜੇ ਲਾਉਂਦੇ ਆ, ਉਹ ਪਰਿਵਾਰ ਇਨਸਾਫ ਮਿਲਦਾ ਨਹੀਂ, ਲਾਰੇ ਮਿਲਦੇ ਆ, ਲਾਰਿਆਂ ਤੋਂ ਇਲਾਵਾ ਕੁਝ ਨਹੀਂ ਮਿਲਦਾ। ਇਸ ਵਾਰ ਜਿੱਦਾਂ ਕਿਨੇ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਬੁਲੰਦ ਹੋ ਰਹੀ ਹੈ, ਕੋਈ ਫਰਕ ਨਜ਼ਰ ਆਉਂਦਾ ਇਸ ਚੀਜ਼ ਦਾ? ਬਿਲਕੁਲ ਜੀ ਜਸਵੀਰ ਜੀ, ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਆ ਵੀ ਦੇਖੋ ਅੱਜ 4 ਫਰਵਰੀ 2021 ਹੈਗਾ ਜੀ, ਤੇ 35 ਸਾਲ ਇਸ ਘਟਨਾ ਨੂੰ ਹੋ ਗਏ। 35 ਸਾਲ ਸਾਡੀ ਸਟੇਟ ਦੀ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ। ਇੱਥੋਂ ਸਰਕਾਰ ਦੀ ਨੀਅਤ ਤੇ ਨੀਤੀ ਦਾ ਪਤਾ ਲੱਗ ਜਾਂਦਾ ਜੀ ਕਿ ਤੁਸੀਂ ਵਿਵਹਾਰ ਜਿਹੜਾ ਉਹ ਕਿਸ ਤਰ੍ਹਾਂ ਦਾ ਕਰਨਾ ਹੈਗਾ ਜੀ। ਇਹ ਹੁਣ ਘਟਨਾ ਨੂੰ ਜਦੋਂ ਮੀਡੀਆ ਦੇ ਵਿੱਚ ਹੁਣ ਦੁਬਾਰਾ ਉੱਭਰ ਕੇ ਸਾਹਮਣੇ ਆਈ ਆ ਤੇ ਇਹਨੂੰ ਜੀ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਜਾਣੀ ਕਿ ਪੀੜਤ ਪਰਿਵਾਰ ਲੈ ਕੇ ਗਿਆ ਤੇ ਉਹਨੂੰ ਸਪੋਰਟ ਵੱਡੀ ਮਿਲੀ ਆ। ਤੇ ਸਭ ਤੋਂ ਵੱਡੀ ਗੱਲ ਇਹ ਪਹਿਲੀ ਵਾਰੀ ਹੋਇਆ ਕਿ ਅੱਜ ਸਵੇਰੇ 6:30 ਵਜੇ ਦੇ ਕਰੀਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ 4 ਨੌਜਵਾਨਾਂ ਦੇ ਜਿਹੜੇ ਸ਼ਹੀਦ ਹੋਏ ਆ ਉੱਥੇ ਨਕੋਦਰ ਕਾਂਡ ਦੇ ਵਿੱਚ, ਉਹਨਾਂ ਦੇ ਬਾਬਤ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਏ ਗਏ ਜੀ ਤੇ ਅਰਦਾਸ ਕੀਤੀ ਗਈ। ਇਹ ਪਹਿਲੀ ਵਾਰੀ ਹੋਇਆ 35 ਸਾਲਾਂ ਦੇ ਵਿੱਚ ਕਿ ਸਿੱਖ ਪੰਥ ਦਾ ਜਿਹੜਾ ਸਰਮੌਰ ਜਾਣੀ ਕਿ ਸੰਸਥਾ ਹੈਗੀ ਸ਼੍ਰੀ ਅਕਾਲ ਤਖਤ ਸਾਹਿਬ, ਉੱਥੇ ਪਹਿਲੀ ਵਾਰੀ ਅਰਦਾਸ ਕੀਤੀ ਗਈ ਹੈ। ਜੀ ਪਹਿਲੀ ਵਾਰੀ ਅਰਦਾਸ ਨਨਕਾਣਾ ਸਾਹਿਬ ਕੀਤੀ ਗਈ ਹੈ। ਪਾਕਿਸਤਾਨ ਦੇ ਵਿੱਚ ਹੀ ਜਿਹੜਾ ਲਾਹੌਰ ਦੇ ਵਿੱਚ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਹੈਗਾ ਜੀ ਉੱਥੇ ਅਰਦਾਸ ਕੀਤੀ ਗਈ ਆ। ਇੱਦਾਂ ਹੀ ਆਸਟ੍ਰੇਲੀਆ, ਨਿਊਜ਼ੀਲੈਂਡ, ਫਰਾਂਸ, ਇੰਗਲੈਂਡ, ਅਮਰੀਕਾ, ਕੈਨੇਡਾ, ਜਰਮਨੀ ਤੇ ਅਮਰੀਕਾ ਦੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਇਹ ਇੱਕ ਵੱਡਾ ਬਦਲਾਅ ਆਇਆ ਤੇ ਲੋਕਾਂ ਦੇ ਵਿੱਚ ਜਿਹੜਾ ਇਹ ਮੁੱਦੇ ਨੂੰ ਉਭਾਰਿਆ ਗਿਆ ਕਿ ਆਖਰ ਜਿਹੜੇ ਤੁਸੀਂ ਇੱਥੇ ਸਟੇਟ ਜਾਣੀ ਕਿ ਇਹ ਸਟੇਟ ਨੇ ਕਤਲ ਕੀਤਾ ਹੈਗਾ ਜਾਣੀ ਜੀ ਕਿ ਤੁਸੀਂ ਸ਼ਾਂਤਮਈ ਢੰਗ ਨਾਲ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਸਟੇਟ ਤੁਹਾਨੂੰ ਗੋਲੀਆਂ ਮਾਰਦੀ ਆ ਤੇ ਮੁੜ ਕੇ ਬਾਤ ਵੀ ਨਹੀਂ ਪੁੱਛਦੀ। ਇਹ ਇੱਕ ਬਹੁਤ ਤੁਸੀਂ ਦੱਬ ਦਿੰਦੇ ਆ ਤੇ ਕੋਈ ਆਵਾਜ਼ ਵੀ ਨਹੀਂ ਉੱਠਦੀ। ਇਹ ਵੀ ਇੱਕ ਆਪਣੇ ਆਪ 'ਚ ਇੱਕ ਵੱਡੀ ਘਟਨਾ ਹੈਗੀ ਆ ਕਿ ਲੋਕ ਇੱਥੇ ਕਿਉਂ ਨਹੀਂ ਉੱਠੇ। ਦੇਖੋ ਆ ਜਿਹੜਾ ਹੁਣ ਜੇ ਕਿਸਾਨ ਅੰਦੋਲਨ ਵੀ ਚੱਲਦਾ ਤੇ ਬਾਹਰੋਂ ਜੇ ਇੱਕ ਟਵੀਟ ਹੁੰਦਾ ਜੀ ਤੇ ਉੱਤੇ ਕਿੰਨਾ ਬਵਾਲ ਹਿਲਦਾ। ਉਹ ਕਹਿ ਰਹੇ ਆ ਵੀ ਤੁਸੀਂ ਬੋਲਦੇ ਕਿਉਂ ਨਹੀਂ। ਇਹੋ ਹੀ ਗੱਲ ਸੀ। ਇਹ ਹੁਣ ਸਮਾਂ ਬਹੁਤ ਬੀਤ ਗਿਆ 35 ਸਾਲ ਦਾ, ਪਰ ਹੁਣ ਇਹਦੇ ਤੇ ਸਮੁੱਚੇ ਪੰਜਾਬ ਨੂੰ, ਸਮੁੱਚੇ ਸਿੱਖ ਪੰਥ ਨੂੰ ਬੋਲਣ ਦੀ ਲੋੜ ਆ ਤੇ ਉਹਨਾਂ ਦੋਸ਼ੀਆਂ ਨੂੰ ਕਟਹਿਰੇ 'ਚ ਖੜੇ ਕਰਨ ਦੀ ਲੋੜ ਆ। ਆਖਰ ਜੇ 4 ਕਤਲ ਹੋਏ ਆ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਆ ਤੇ ਦੋਸ਼ੀ ਕੌਣ ਆ, ਇਹਦੀ ਤਫਤੀਸ਼ ਜ਼ਰੂਰ ਹੋਣੀ ਚਾਹੀਦੀ। ਦੇਖੋ 4 ਨੌਜਵਾਨਾਂ ਦੇ ਵਿੱਚੋਂ 3 ਨੌਜਵਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਮਾਪੇ ਤਾਂ ਇਸ ਦੁਨੀਆ ਤੋਂ ਚਲੇ ਗਏ ਜੀ। ਭਾਈ ਬਲਦੇਵ ਸਿੰਘ ਤੇ ਬਲਦੀਪ ਕੌਰ ਜਿਹੜੇ ਹੈਗੇ ਆ, ਉਹਨਾਂ ਦਾ ਪਰਿਵਾਰ ਜਿਹੜਾ ਵਿਦੇਸ਼ਾਂ 'ਚ ਰਹਿੰਦਾ ਹੈਗਾ, ਉਹੀ ਉਹ ਹਜੇ ਪੈਰਵਾਈ ਕਰ ਰਿਹਾ। ਦੇਖੋ 35 ਸਾਲਾਂ ਤੋਂ ਆਪਣੇ ਬੱਚਿਆਂ ਦੀ ਪੈਰਵਾਈ ਕਰਨੀ ਸਿਰੜ ਉਹਨਾਂ ਦਾ ਕਿੱਡਾ ਹੈਗਾ ਤੇ ਉਹ ਲੜਾਈ ਲੜ ਰਿਹਾ। ਪਰ ਇਹ ਹੁਣ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਇੱਥੇ 2019 ਦੇ ਵਿੱਚ ਵਾਅਦਾ ਕੀਤਾ ਸੀਗਾ ਚੋਣਾਂ ਦੇ ਵਿੱਚ ਵੀ ਅਸੀਂ ਇਸ ਨਕੋਦਰ ਕਾਂਡ ਦੀ ਜਾਂਚ ਜਿਹੜੀ ਆ ਉਹ ਨਵੇਂ ਸਿਰੇ ਤੋਂ ਕਰਾਵਾਂਗੇ, ਪਰ ਦਿਲੋਂ 2019 ਨੂੰ ਵੀ ਹੁਣ 2 ਸਾਲ ਬੀਤ ਗਏ, ਤੀਜਾ ਚੱਲ ਪਿਆ, ਪਰ ਹਜੇ ਤੱਕ ਵੀ ਉਹਦੇ ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਇਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲਾ ਜ਼ਿਕਰ ਤੁਸੀਂ ਛੇੜਿਆ, ਇਹਦਾ ਕਾਰਨ ਇੱਕ ਇਹ ਵੀ ਹੋ ਸਕਦਾ ਹੈ ਕਿ ਉਹ ਕਾਂਡ ਜਿਹੜਾ ਜਲੰਧਰ ਹਲਕੇ ਦੇ ਵਿੱਚ ਬੋਲਦਾ ਸੀਗਾ, ਜਾ ਕੇ ਜਲੰਧਰ ਦੇ ਵਿੱਚ ਵੀ ਉਹਨਾਂ ਦਾ ਉਮੀਦਵਾਰ ਸੀਗਾ ਔਰ ਜਲੰਧਰ ਦੇ ਵਿੱਚ ਜਿਹੜਾ ਅਕਾਲੀ ਦਲ ਵੱਲੋਂ ਉਮੀਦਵਾਰ ਸੀ, ਅਕਾਲੀ ਦਲ ਭਾਜਪਾ ਵੱਲੋਂ ਉਦੋਂ ਤਾਂ ਗੱਠਜੋੜ ਸੀਗਾ ਇਹਨਾਂ ਦਾ, ਉਹ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਜਿਹੜੇ ਸੀਗੇ, ਉਹਨਾਂ ਦੇ ਉੱਤੇ ਵੀ ਕਈ ਤਰੀਕੇ ਦੇ ਸਵਾਲ ਉੱਠਦੇ ਸੀ ਕਿ ਉਹ ਸਪੀਕਰ ਹੋਇਆ ਕਰਦੇ ਸੀ, ਉਹਨਾਂ ਦੇ ਅੱਗੇ ਰਿਪੋਰਟ ਜਿਹੜੀ ਰੱਖੀ ਗਈ ਸੀ ਉਸ ਰਿਪੋਰਟ ਦੇ ਉੱਤੇ ਕੰਮ ਨਹੀਂ ਹੋਇਆ। ਇਹ ਕਾਰਨ ਸੀਗਾ ਉਦੋਂ ਮੁੱਦਾ ਚੁੱਕਣ ਦਾ, ਜਾਂ ਸੱਚਿਓ ਕਿਤੇ ਲੱਗਦਾ ਸੀਗਾ ਕਿ ਇਹ ਮਸਲੇ ਨੂੰ ਹੱਲ ਕਰਨਾ ਲੋੜੀਂਦਾ ਆ ਤੇ ਕੀਤੇ ਜਾਣਾ ਚਾਹੀਦਾ ਆ? ਦੇਖੋ ਮੈਂ ਕਹਿੰਦਾ ਵੀ ਕਾਂਗਰਸ ਨੇ ਇਸ ਮੁੱਦੇ ਨੂੰ ਵਰਤਿਆ ਹੈਗਾ। ਜੇ ਉਹਨਾਂ ਦੀ ਨੀਅਤ ਹੁੰਦੀ, ਜੇ ਉਹਨੇ ਮੁੱਦਾ ਉਠਾਇਆ ਇਲੈਕਸ਼ਨਾਂ ਦੇ ਵਿੱਚ, ਉਹਨਾਂ ਨੂੰ ਉਹਦਾ ਫਾਇਦਾ ਵੀ ਹੋਇਆ, ਜਿੱਤ ਵੀ ਮਿਲੀ ਚੌਧਰੀ ਸੰਤੋਖ ਸਿੰਘ ਉਹਨਾਂ ਨੂੰ, ਤੇ ਉਹਨਾਂ ਨੇ ਉਹਨਾਂ ਦੇ ਪਰਿਵਾਰ ਨਾਲ ਵਾਅਦਾ ਵੀ ਕੀਤਾ ਸੀ ਵੀ ਅਸੀਂ ਇਸ ਨੂੰ ਮੁੱਖ ਮੰਤਰੀ ਕੋਲ ਸੱਦਾਂਗੇ। ਜਦੋਂ ਇੱਥੇ ਕਾਗਜ਼ ਭਰੇ ਗਏ ਸੀ ਚੌਧਰੀ ਸੰਤੋਖ ਸਿੰਘ ਉਹਨਾਂ ਦੇ, ਤਦ ਵੀ ਉਹਨਾਂ ਨੇ ਸਟੇਜ ਤੋਂ ਅਨਾਉਂਸ ਕੀਤੀ ਸੀ ਕਿ ਜਦੋਂ ਇਲੈਕਸ਼ਨ ਖਤਮ ਹੋ ਗਈ ਕਿ ਇਸ ਮੁੱਦੇ ਦੇ ਬਾਰੇ ਗੱਲ ਕਰਾਂਗੇ, ਪਰ ਉਹ ਗੱਲ ਨਹੀਂ ਹੋਈ। ਇੱਥੋਂ ਸਾਫ਼ ਜ਼ਾਹਰ ਹੈ ਕਿ ਇਸ ਮੁੱਦੇ ਨੂੰ ਕਾਂਗਰਸ ਨੇ ਇਲੈਕਸ਼ਨ ਲਈ ਵਰਤਿਆ ਗਿਆ, ਜਿਹੜਾ ਕਿ ਨਹੀਂ ਸੀ ਵਰਤਣਾ ਚਾਹੀਦਾ। ਪਰ ਇਹ ਤੁਸੀਂ ਦੇਖੋ ਵੀ ਉਦੋਂ ਵੀ ਜਦੋਂ ਇਹ ਘਟਨਾ ਵਾਪਰਦੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਸੀਗੀ
1982 ਦੇ ਵਿੱਚ ਜਦੋਂ ਇਹ ਐਡਾ ਵੱਡਾ ਕਾਂਡ ਹੁੰਦਾ। ਪਰ ਹੁਣ ਉਸ ਪਰਿਵਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰਾ ਫਿਰ ਚਿੱਠੀ ਲਿਖੀ ਹੈ ਜੀ। ਇਸੇ 1-2 ਦਿਨ ਹੋ ਗਏ, ਉਹਨਾਂ ਨੇ ਉਧਰੋਂ ਮੇਲ ਕੀਤੀ ਹੈ ਚਿੱਠੀ ਉਹਨਾਂ ਨੂੰ, ਉਹ ਆ ਗਈ। ਉਹਨਾਂ ਨੇ ਸਾਰਾ ਬਰਤਾਂਤ ਤੇ ਉਹਨਾਂ ਨੂੰ ਚੇਤੇ ਵੀ ਕਰਾਇਆ ਗਿਆ ਵੀ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਆਪਣੇ ਵਾਅਦੇ ਦੇ ਉੱਪਰ ਤੁਸੀਂ ਖਰੇ ਉਤਰੋ ਤੇ ਸਾਨੂੰ ਇਨਸਾਫ ਦਿਵਾਓ। ਇਹ ਹਿੰਦੁਸਤਾਨ ਦੇ ਵਿੱਚ ਦੇਖੋ, ਪਹਿਲਾਂ ਵੀ ਜਦੋਂ 84 ਦੇ ਨਸਲਕੁਸ਼ੀ ਹੋਈ ਹੁੰਦੀ ਦਿੱਲੀ ਦੇ ਵਿੱਚ, ਹੁਣ ਤੱਕ ਵੀ ਪੂਰਾ ਇਨਸਾਫ ਨਹੀਂ ਮਿਲਿਆ। ਹਜੇ ਇੱਕ ਸੱਜਣ ਜਿਹੜਾ ਉਹਦਾ ਕਾਂਗਰਸ ਦਾ ਹੈਗਾ ਸੱਜਣ ਕੁਮਾਰ ਜੀ, ਉਹੀ ਜੇਲ੍ਹ ਗਿਆ, ਬਾਕੀਆਂ ਨੂੰ ਬਹੁਤੀ ਉੱਦਾਂ ਹਜੇ ਸਜ਼ਾ ਨਹੀਂ ਹੋਈ ਤੇ ਨਾ ਐਡੇ ਵੱਡੇ ਲੈਵਲ ਤੇ ਜਿਹੜੇ ਕਤਲੇਆਮ ਹੋਇਆ ਸੀ ਉਹਦੀ ਸਜ਼ਾ ਹਜੇ ਤੱਕ ਨਹੀਂ ਮਿਲੀ। 36 ਸਾਲ ਜਾਣੀ ਕਿ ਉਹਨਾਂ ਨੂੰ ਵੀ ਹੋ ਗਿਆ, ਜਾਣੀ ਕਿ 84 ਦਾ ਜਾਣੀ ਕਿ ਉਹ ਵਾਪਰਾ, ਇਹ 2 ਸਾਲ ਬਾਅਦ ਵਿੱਚ ਵਾਪਰਦਾ ਹੈਗੀ ਘਟਨਾ। ਵੀ ਇੱਥੇ ਇਨਸਾਫ ਜਿਹੜਾ ਹੈਗਾ ਉਹ ਕਿਉਂ ਨਹੀਂ ਮਿਲ ਰਿਹਾ, ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਜਿਹੜਾ ਇਨਸਾਫ ਕਿਉਂ ਨਹੀਂ ਮਿਲ ਰਿਹਾ, ਨਾ ਸਟੇਟ ਸਰਕਾਰ ਤੋਂ ਤੇ ਨਾ ਕੇਂਦਰ ਸਰਕਾਰ ਤੋਂ, ਨਾ ਜਿਹੜਾ ਹੈਗਾ ਉੱਚ ਅਦਾਲਤਾਂ ਤੋਂ। ਇਹ ਜਿਹੜੇ ਮਾਮਲੇ ਆਉਂਦੇ ਆ, ਇਹਨਾਂ ਮਾਮਲਿਆਂ ਦੇ ਵਿੱਚ ਜਦੋਂ ਕਮਿਸ਼ਨ ਬਣਦੇ ਆ, ਚਾਹੇ ਤੁਸੀਂ 84 ਸਿੱਖ ਨਸਲਕੁਸ਼ੀ ਦੀ ਗੱਲ ਕਰ ਲਓ, ਉਹਦੇ ਵਿੱਚ ਵੀ ਕਈ ਕਮਿਸ਼ਨ ਬਣਦੇ ਆ, ਕਈ ਕਮੇਟੀਆਂ ਬਣਦੀਆਂ। ਚਾਹੇ ਆਪਾਂ ਇਸ ਸਾਕਾ ਨਕੋਦਰ ਦੀ ਗੱਲ ਕਰ ਲਈਏ, ਇਹਦੇ ਵਿੱਚ ਵੀ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਦੇ ਵਿੱਚ ਕਮਿਸ਼ਨ ਬਣਿਆ ਸੀਗਾ। ਉਸ ਕਮਿਸ਼ਨ, ਇਹ ਕਮਿਸ਼ਨ ਬਣਦੇ ਆ, ਕੀ ਇਹ ਕਮਿਸ਼ਨ ਮਾਮਲਿਆਂ ਨੂੰ ਹੱਲ ਕਰਨ ਲਈ ਬਣਦੇ ਆ, ਲਟਕਾਉਣ ਲਈ ਬਣਦੇ ਆ, ਜਾਂ ਉਲਝਾਉਣ ਲਈ ਬਣਦੇ ਆ? ਇਹ ਅਜੇ ਤੱਕ ਸਮਝ ਨਹੀਂ ਆ। ਤੁਹਾਡੇ ਮੁਤਾਬਕ ਕੀ ਹੈ? ਦੇਖੋ, ਜਿਹੜੇ ਕਮਿਸ਼ਨ ਆ, ਜੋ ਗੱਲਾਂ ਸਥਾਪਿਤ ਵੀ ਹੋਈਆਂ ਤੇ ਸਾਹਮਣੇ ਵੀ ਆਈਆਂ ਤੇ ਸਮਝ ਵੀ ਪਈਆਂ, ਉਹ ਕਮਿਸ਼ਨ ਲਟਕਾਉਣ ਲਈ ਹੀ ਬਣਾਏ ਜਾਂਦੇ ਆ। ਕੋਈ ਉਹਨਾਂ ਦਾ ਸਿਰੇ ਗੱਲ ਨਹੀਂ ਲੱਗਦੀ। 1984 ਦੀ ਆਪਾਂ ਗੱਲ ਕਰ ਲਈਏ, ਕਿੰਨੇ ਕਮਿਸ਼ਨ ਬਣੇ ਤੇ ਉਹਦੀਆਂ ਰਿਪੋਰਟਾਂ ਦੇਖ ਲਓ ਤੇ ਕਿਸੇ ਨੇ ਵੀ ਉਹ ਦੋਸ਼ੀਆਂ ਵੱਲ ਕੋਈ ਇਸ਼ਾਰਾ ਨਹੀਂ ਕੀਤਾ, ਕੋਈ ਉੱਤੇ ਕਾਰਵਾਈ ਨਹੀਂ ਹੋਈ। ਇੱਦਾਂ ਹੀ ਇਹ ਜਿਹੜਾ ਕਮਿਸ਼ਨ ਬਣਿਆ ਸੀਗਾ ਜਸਟਿਸ ਗੁਰਨਾਮ ਸਿੰਘ ਦਾ, ਇਹਦੇ 2 ਭਾਗ ਆ ਰਿਪੋਰਟ ਦੇ ਜੀ। ਹੁਣ ਇੱਕ ਭਾਗ ਤਾਂ ਅਵੇਲੇਬਲ ਹੈਗਾ ਜਿਹਦੇ ਵਿੱਚ ਸਾਰਾ ਵਰਤਾਂਤ ਹੈ, ਪਰ ਉਹ ਦੂਜਾ ਜਿਹੜਾ ਭਾਗ ਆ ਜਿਹਦੇ ਵਿੱਚ ਐਫੀਡੇਵਿਟ ਲੱਗੇ ਹੋਏ ਆ, ਬਹੁਤ ਸਾਰੇ ਪੱਕੇ ਪੁਖਤਾ ਸਬੂਤ ਆ, ਉਹ ਦੱਸੋ ਸਰਕਾਰ ਦੇ ਇੰਨਾ ਅਹਿਮ ਡਾਕੂਮੈਂਟ ਹੋਵੇ ਤੇ ਉਹ ਲੱਭੇ ਨਾ। ਇਹਦੇ ਵਿੱਚ ਇੱਕ ਡੂੰਘੀ ਸਾਜ਼ਿਸ਼ ਲੱਗਦੀ ਆ। ਇਹਦੇ ਵਿੱਚ ਤੁਸੀਂ ਆਪਣੀ ਸਟੇਟ ਦੀ ਪੁਲਿਸ ਨੂੰ ਬਚਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਆ। ਕਾਰਨ ਇਹ ਦੱਸਿਆ ਜਾ ਰਿਹਾ ਕਿ ਜੇ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਹੁੰਦੀ ਆ ਤੇ ਪੁਲਿਸ ਦਾ ਪੂਰਾ ਜਿਹੜਾ ਮੋਰਲ ਆ ਉਹ ਡਿੱਗ ਪੈਂਦਾ ਜੀ। ਇਹ ਕਿੱਡੀ ਬੇਹੂਦਾ ਤਰਕ ਆ ਵੀ ਤੁਸੀਂ ਜਿਨ੍ਹਾਂ ਮਾਵਾਂ ਦੇ ਪੁੱਤ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਆ, ਕਿ ਉਹਨਾਂ ਨੂੰ ਜੀਣ ਦਾ ਅਧਿਕਾਰ ਨਹੀਂ ਸੀ, ਕਿ ਉਹਨਾਂ ਦਾ ਆਪਣਾ ਕੋਈ ਰਾਈਟ ਨਹੀਂ ਸੀ ਬਣਦਾ ਕਿ ਉਹ ਇਨਸਾਫ ਦੀ ਲੜਾਈ ਲੜ ਸਕਣ ਤੇ ਉਹਨਾਂ ਨੂੰ ਇਨਸਾਫ ਮਿਲ ਸਕੇ। ਸਿਰਫ ਇਹ ਬਹਾਨਾ ਬਣਾ ਦੇਣਾ ਕਿ ਪੁਲਿਸ ਦਾ ਜਿਹੜਾ ਮੋਰਲ ਡਿੱਗਦਾ ਹੈਗਾ ਤੇ ਉਹਨਾਂ ਨੂੰ ਸਜ਼ਾ ਨਹੀਂ ਕੋਈ ਦੇਣੀ, ਤੇ ਉਹਦੇ ਨਾਲ ਪੁਲਿਸ ਦਾ ਜਿਹੜਾ ਉਹ ਸ਼ਹਿ ਹੋਰ ਵੱਧਦੀ ਆ, ਹੋਰ ਜ਼ੁਲਮ ਹੁੰਦੇ ਆ, ਹੋਰ ਧੱਕਾ ਹੁੰਦਾ ਉਹਦੇ ਨਾਲ। ਇੱਕ ਚੀਜ਼ ਹੋਰ ਮੈਂ ਜਾਣਨੀ ਚਾਹੁੰਦਾ, ਜਦੋਂ ਤੁਸੀਂ ਕਹਿੰਦੇ ਕਿ ਪੁਲਿਸ ਦਾ ਮੋਰਾਲ ਡਾਊਨ ਹੁੰਦਾ ਹੈ, ਇਹ ਕਹਿ ਕੇ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਅੱਛਾ, ਪੁਲਿਸ ਦਾ ਮੋਰਾਲ ਡਾਊਨ ਹੋਣ ਦੀ ਸੱਤਾ ਨੂੰ ਜਾਂ ਸਿਸਟਮ ਨੂੰ ਸਾਡੇ ਨੂੰ ਬਹੁਤ ਵੱਡੀ ਚਿੰਤਾ ਲੱਗੀ ਰਹਿੰਦੀ ਹੈ, ਉਹ ਨਹੀਂ ਹੋਣਾ ਚਾਹੀਦਾ। ਪਰ ਜਦੋਂ ਇਹ ਦੇਖਿਆ ਜਾਂਦਾ ਹੈ ਕਿ ਜਿਹੜੇ ਲੋਕ ਜ਼ਿੰਮੇਵਾਰ ਦੱਸੇ ਜਾਂਦੇ ਆ ਇਹਨਾਂ ਘਟਨਾਵਾਂ ਦੇ ਲਈ, ਚਾਹੇ 84 ਦੀ ਗੱਲ ਕਰ ਲਈ, 84 ਦੇ ਵਿੱਚ ਜਿਹੜੇ ਜ਼ਿੰਮੇਦਾਰ ਦੱਸੇ ਸੀ, ਜਿਨ੍ਹਾਂ ਦੇ ਉੱਤੇ ਆਰੋਪ ਲੱਗੇ, ਉਹਨਾਂ ਨੇ ਸੱਤਾ ਵੀ ਹੰਢਾਈ, ਕੁਰਸੀਆਂ ਦੇ ਉੱਤੇ ਵੀ ਬੈਠੇ, ਅਹੁਦੇ ਵੀ ਮਿਲੇ, ਚੋਣਾਂ ਵੀ ਲੜੀਆਂ, ਜਿੱਤੇ ਵੀ ਹਾਰੇ ਵੀ, ਉਹ ਸਾਰਾ ਸਿਲਸਿਲਾ ਚੱਲਦਾ ਰਿਹਾ। ਇੱਥੇ ਜਦੋਂ ਨਕੋਦਰ ਦੇ ਵਿੱਚ ਸਾਕੇ ਦੀ ਗੱਲ ਕਰਦੇ ਹਾਂ ਆਪਾਂ, ਵਾਪਰੇ ਹੋਏ ਦੀ, ਤੇ ਉਹਦੇ ਵਿੱਚੋਂ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਪਿਆ, ਜਿਨ੍ਹਾਂ ਵੱਲ ਉਂਗਲ ਧਰੀ ਜਾ ਰਹੀ ਹੈ, ਉਹਨਾਂ ਲੋਕਾਂ ਨੂੰ ਅਹੁਦੇ ਵੀ ਦਿੱਤੇ ਜਾਂਦੇ ਆ, ਚੋਣਾਂ ਵੀ ਲੜਵਾਈਆਂ ਜਾਂਦੀਆਂ, ਪਾਰਟੀਆਂ 'ਚ ਸ਼ਾਮਲ ਵੀ ਕੀਤਾ ਜਾਂਦਾ। ਫਿਰ ਕਾਲੇ ਦੌਰ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ, ਉਸ ਕਾਲੇ ਦੌਰ ਦੇ ਵਿੱਚ ਕੁਝ ਇਹੋ ਜਿਹੇ ਪੁਲਿਸ ਅਫਸਰਾਂ ਦੇ ਨਾਮ ਆਉਂਦੇ ਸੀਗੇ ਜਿਨ੍ਹਾਂ ਨੇ ਕਹਿੰਦੇ ਸੀ ਆਲਮ ਸੈਨਾ ਵੀ ਬਣਾਈ ਹੋਈ ਆ, ਸੁਮੇਧ ਸਿੰਘ ਸੈਣੀ ਦੇ ਨਾਮ ਦਾ ਜ਼ਿਕਰ ਵੀ ਕਈ ਵਾਰੀ ਆਉਂਦਾ ਆ। ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਾਂਦੇ, ਖਾਸ ਤੌਰ 'ਤੇ ਉਸ ਧਿਰ ਦੇ ਵੱਲੋਂ, ਉਸ ਪਾਰਟੀ ਦੇ ਵੱਲੋਂ ਜਿਹੜੀ ਕਹਿੰਦੀ ਮੈਂ ਹੈ ਹੀ ਪੰਥਕ ਆ, ਮੈਂ ਹੈ ਹੀ ਸਿੱਖਾਂ ਦੀ ਨੁਮਾਇੰਦਾ ਜਮਾਤ ਦੇ ਵਿੱਚੋਂ ਆ। ਉਹ ਜਦੋਂ ਇੱਦਾਂ ਕਰਦੀ ਹੈ ਤਾਂ ਕੀ ਉਹਨਾਂ ਪੀੜਿਤ ਪਰਿਵਾਰਾਂ ਦੇ ਮੋਰਾਲ ਡਾਊਨ ਹੋਣ ਦਾ ਕੋਈ ਚਿੰਤਾ ਨਹੀਂ ਹੁੰਦੀ? ਤੁਸੀਂ ਜਸਵੀਰ ਜੀ ਬਿਲਕੁਲ ਗੱਲ ਇੱਦਾਂ ਹੀ ਠੀਕ ਹੈਗੀ ਆ, ਤੇ ਇਹ ਸਾਰਾ ਕੁਝ ਇੱਦਾਂ ਹੀ ਹੋ ਰਿਹਾ ਹੈਗਾ। ਤੁਸੀਂ ਜੇ ਥੋੜ੍ਹਾ ਜਿਹਾ ਇਹਦਾ ਫਰੋਲ ਕੇ ਦੇਖੋ ਨਾ ਜੀ, ਹੋਇਆ ਕਿੱਦਾਂ। 1984 ਵਾਪਰਦਾ, ਰਾਸ਼ਟਰਪਤੀ ਰਾਜ ਇੱਥੇ ਲਾਗੂ ਹੁੰਦਾ, 92 ਦੇ ਵਿੱਚ ਫਿਰ ਇਲੈਕਸ਼ਨ ਹੁੰਦੀ ਹੈ, ਅਕਾਲੀ ਦਲ ਬਾਈਕਾਟ ਕਰ ਜਾਂਦਾ ਤੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ 92 ਤੋਂ। ਤੇ ਉਦੋਂ ਵੀ ਇਹ ਦੋਸ਼ ਲੱਗਦੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ 'ਚ ਸਿੱਖ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ, ਉਹਨਾਂ ਨੂੰ ਅੱਤਵਾਦੀ ਦੱਸ ਕੇ ਮਾਰਿਆ ਜਾ ਰਿਹਾ, ਝੂਠੇ ਪੁਲਿਸ ਮੁਕਾਬਲੇ
ਕੀਤੇ ਗਏ। ਤੇ ਸ਼੍ਰੋਮਣੀ ਅਕਾਲੀ ਦਲ ਦੇ ਉਦੋਂ ਪ੍ਰਧਾਨ ਜਦੋਂ ਬਣਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹ ਇਲੈਕਸ਼ਨਾਂ ਨੇੜੇ ਆਉਣ ਤੋਂ ਇਹ ਗੱਲ ਕਹਿੰਦੇ ਆ ਕਿ ਅਸੀਂ ਕਮਿਸ਼ਨ ਬਣਾਵਾਂਗੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ, ਵੀ ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਉਹ ਅਸੀਂ ਉਹਨਾਂ ਪੁਲਿਸ ਅਫਸਰਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਾਂਗੇ, ਸਜ਼ਾਵਾਂ ਦਵਾਵਾਂਗੇ। ਇਹ ਬਕਾਇਦਾ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ 97 'ਚ ਲਿਖੀ ਆ ਗੱਲ। ਇਹੋ ਪਰ ਜਦੋਂ 97 ਤੋਂ ਸੱਤਾ 'ਚ ਆ ਜਾਂਦੇ ਆ, ਪਾਰਟੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਬਣ ਜਾਂਦੀ ਆ, ਤੇ ਇਸ ਗੱਲ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ। ਇਹ ਨਕੋਦਰ ਕਾਂਡ ਵਿੱਚ ਜਿਹੜੇ ਬੱਚੇ ਮਾਰੇ ਗਏ ਉਹਨਾਂ ਦੇ ਪਿਤਾ ਬਲਦੇਵ ਸਿੰਘ ਹੁਣੀ ਉਹਨਾਂ ਨੂੰ ਮਿਲਣ ਜਾਂਦੇ ਆ, ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ। ਸਰਦਾਰ ਜਥੇਦਾਰ ਕੁਲਦੀਪ ਸਿੰਘ ਬਡਾਲਾ ਲੈ ਕੇ ਜਾਂਦੇ, ਜਿਹੜੇ ਉਦੋਂ ਵੀ ਉਹਨਾਂ ਦੀ ਭੂਮਿਕਾ ਬੜੀ ਵੱਡੀ ਪੋਜ਼ਿਟਿਵ ਰਹੀ ਆ। ਤੁਸੀਂ ਇੱਕ ਹੋਰ ਗੱਲ ਇਹ 'ਚ ਮੈਂ ਜ਼ਿਕਰ ਕਰਨਾ ਚਾਹੁੰਦਾ ਵੀ ਕਦੇ ਵੀ ਕਿਸੇ ਤਖਤ ਦੇ ਜਥੇਦਾਰ ਨੇ ਇਹ ਧਰਨੇ ਵਿੱਚ ਉਹ ਬੈਠਾ ਨਹੀਂ ਆ ਕੇ, ਪਰ 1986 ਦੀ ਇਹ ਘਟਨਾ ਵਾਪਰਦੀ, 4 ਸਿੱਖ ਨੌਜਵਾਨ ਸ਼ਹੀਦ ਹੁੰਦੇ ਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹਰਚਰਨ ਸਿੰਘ ਮਾਲੋ ਸਾਹਿਬ ਉਹ ਧਰਨੇ 'ਚ ਆ ਕੇ ਬੈਠਦੇ ਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਆ, ਤੁਸੀਂ ਦੱਸੋ ਪੰਥਕ ਸਰਕਾਰ ਕਹਾਉਂਦੀ ਹੋਵੇ, ਜਥੇਦਾਰ ਧਰਨੇ ਤੇ ਬੈਠਾ ਹੋਵੇ ਤੇ ਇਨਸਾਫ ਨਾ ਮਿਲੇ ਸਿੱਖਾਂ ਨੂੰ? ਇਹ ਇੱਕ ਵੱਡਾ ਸਵਾਲ ਆਪਣੇ ਆਪ ਦੇ ਵਿੱਚ ਵੀ ਤੁਸੀਂ ਬਚਾ ਫਿਰ ਕਿਹਨੂੰ ਰਹੇ ਆ? ਜੇ ਤੁਸੀਂ ਇਨਸਾਫ ਨਹੀਂ ਦੇ ਰਹੇ ਤੇ ਕਿਸ ਨੂੰ ਬਚਾ ਤਾਂ ਰਹੇ ਨਾ। ਉਹ ਸਵਾਲ ਲੋਕਾਂ ਦੇ ਮਨਾਂ 'ਚ ਹੈਗਾ, ਅਜੇ ਵੀ ਉਹ ਰਹਿਣਾ ਵੀ ਆ। 97 'ਚ ਜਿਹੜਾ ਵਾਅਦਾ ਕੀਤਾ ਗਿਆ ਸੀ ਵੀ ਅਸੀਂ ਜਿੰਨੀ ਝੂਠੇ ਪੁਲਿਸ ਮੁਕਾਬਲੇ ਬਣਾਏ ਉਹਨਾਂ ਨੂੰ ਅਸੀਂ ਜੇਲ੍ਹਾਂ 'ਚ ਡੱਕਾਂਗੇ, ਪਰ ਉਹ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਹੜਾ ਕਮਿਸ਼ਨ ਇੱਕ ਬਣਾਇਆ ਵੀ ਗਿਆ ਸੀਗਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ, ਉਹਨਾਂ ਦਾ ਵੀ ਕਤਲ ਹੁੰਦਾ, ਦੇਖੋ ਉਹਦੇ ਬਾਰੇ ਜਾਂਚ ਰਿਪੋਰਟ ਬਣਾਈ। ਉਹ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਜਿਹਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਉਦੋਂ ਉਸ ਵੇਲੇ, ਤੇ ਮੁੱਖ ਮੰਤਰੀ ਵੀ ਸੀਗੇ, ਤੇ ਉਹ ਰਿਪੋਰਟ ਦੱਬੀ ਗਈ, ਅੱਜ ਤੱਕ ਬਾਹਰ ਨਹੀਂ ਆਈ। ਇਸ 86 ਦੇ ਸਾਕਾ ਨਕੋਦਰ ਤੋਂ ਬਾਅਦ 15 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ। 15 ਸਾਲਾਂ ਦੇ ਵਿੱਚ ਦੇਖੋ, ਅਸੀਂ ਇਹ ਜੇ ਮੰਨ ਲਿਆ ਜਾਵੇ ਕਾਂਗਰਸ ਨੇ ਸਿੱਖਾਂ ਨੂੰ ਇਨਸਾਫ ਦਿਵਾਉਣਾ, ਉਹ ਤਾਂ ਮੰਨ ਲਿਆ, ਉਹ ਤਾਂ ਉਹਨਾਂ 'ਤੇ ਤਾਂ ਬਲੇਮ ਲੱਗਦਾ ਹੈਗਾ, ਉਹ ਦੋਸ਼ੀ ਆ, ਮੰਨ ਕੇ ਚੱਲਦੇ ਇਹੋ। ਤੇ ਜਦੋਂ ਪੰਥਕ ਸਰਕਾਰ ਬਣੀ ਸੀ ਫਿਰ ਇਨਸਾਫ ਕਿਉਂ ਨਹੀਂ ਮਿਲਿਆ 15 ਸਾਲਾਂ ਦੇ ਵਿੱਚ? ਇੱਥੋਂ ਤੱਕ ਕਿ ਉਹਨਾਂ ਦੇ ਪਰਿਵਾਰਾਂ ਦੀ ਗੱਲ ਤੱਕ ਨਹੀਂ ਸੁਣੀ ਗਈ ਜਦੋਂ ਮੁੱਖ ਮੰਤਰੀ ਸੰਗਤ ਦਰਸ਼ਨ ਦੇ ਵਿੱਚ ਬੈਠਦੇ ਵੀ ਸੀ। ਇਹ ਜਦੋਂ ਇਦਾਂ ਦੇ ਹਾਲਾਤ ਬਣ ਜਾਣ, ਉਦੋਂ ਫਿਰ ਜਿਹੜੀ ਉਹੀ ਗੱਲ ਵੀ ਤੁਸੀਂ ਜੇ ਇਨਸਾਫ ਨਹੀਂ ਦੇ ਰਿਹਾ ਤੇ ਫਿਰ ਬਚਾ ਕਿਹਨੂੰ ਰਹੇ ਆ? ਬਚਾ ਕਿਹਨੂੰ ਸੀ? ਉਦੋਂ ਇੱਥੇ ਐਸਐਸਪੀ ਇਜ਼ਹਾਰ ਆਲਮ ਸੀ ਤੇ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸੀ, ਜਿਨ੍ਹਾਂ ਕੋਲ ਮੈਜਿਸਟ੍ਰੇਟ ਦੀਆਂ ਸਾਰੀਆਂ ਤਾਕਤਾਂ ਸੀ। ਉਹ ਹੁਣ ਉਹੀ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੇ ਅਹੁਦਿਆਂ 'ਤੇ ਹੈਗੇ ਆ। ਦਰਬਾਰਾ ਸਿੰਘ ਗੁਰੂ ਫਤਿਹਗੜ੍ਹ ਸਾਹਿਬ ਤੋਂ 2019 ਦੇ ਵਿੱਚ ਇਲੈਕਸ਼ਨ ਲੜੀ, ਪਹਿਲਾਂ ਵੀ ਐਮਐਲਏ ਦੀਆਂ ਉਹਨਾਂ ਨੇ 2 ਇਲੈਕਸ਼ਨਾਂ ਲੜੀਆਂ ਹੈਗੀਆਂ ਤੇ ਇੱਦਾਂ ਹੀ ਇਜ਼ਹਾਰ ਆਲਮ ਨੂੰ ਵੀ ਉਹ ਟਿਕਟ ਦੇਣ ਲੱਗੇ ਸੀ। ਉਦੋਂ ਵੀ ਰੌਲਾ ਪਿਆ ਵੀ ਇਹ ਜਦੋਂ ਤਾਕਤ ਵਿੱਚ ਸੀਗੇ, ਪੁਲਿਸ ਅਫਸਰ ਸੀ ਵੱਡੇ, ਤੇ ਇਹਨਾਂ ਦਾ ਸ਼ਰੇਆਮ ਜਾਣੀ ਕਿ ਸਿੱਖ ਨੌਜਵਾਨਾਂ ਦਾ ਸ਼ਿਕਾਰ ਕੀਤਾ ਸੀ। ਆਲਮ ਸੈਨਾ ਬਣਾਈ ਸੀ ਜਿਹੜਾ ਤੁਸੀਂ ਜ਼ਿਕਰ ਕੀਤਾ। ਮੈਂ ਨਾ ਇਹ ਜ਼ਿਕਰ ਹੈ, ਮਾਫ ਕਰਨਾ ਤੁਹਾਡੀ ਗੱਲ ਵਿੱਚੋਂ ਕੱਟ ਰਿਹਾ ਕਿਉਂਕਿ ਇਜ਼ਹਾਰ ਆਲਮ ਦਾ ਜ਼ਿਕਰ ਛਿੜ ਗਿਆ ਤੇ ਤਾਜ਼ਾ ਜਿਹਾ ਘਟਨਾ ਮੈਂ ਥੋੜ੍ਹਾ ਜਿਹਾ ਸਾਂਝੀ ਕਰ ਲੈਂਦੇ ਹਾਂ ਆਪਣੇ ਦਰਸ਼ਕਾਂ ਨਾਲ, ਉਹਦੇ ਉੱਤੇ ਵੀ ਨੁਕਤਾ ਦੇਖ ਲੈਂਦੇ ਹਾਂ। ਜਦੋਂ ਇਜ਼ਹਾਰ ਆਲਮ ਦੀ ਪਤਨੀ ਨੂੰ ਇੱਕ ਵੱਡਾ ਅਹੁਦਾ ਦਿੱਤਾ ਗਿਆ ਅਕਾਲੀ ਦਲ ਦੇ ਵਿੱਚ, ਉਹਦੇ ਪੈਰਲਲ ਜਿਹੜਾ ਆ ਉਹ ਬੀਬੀ ਕਿਰਨਜੋਤ ਕੌਰ ਹੋਰਾਂ ਨੂੰ ਵੀ ਅਹੁਦਾ ਦਿੱਤਾ ਜਾਂਦਾ ਤੇ ਕਿਰਨਜੋਤ ਕੌਰ ਹੋਰੀ ਉਹਦਾ ਵਿਰੋਧ ਕਰਦੇ ਆ ਕਿ ਮੈਂ ਇਸ ਪਰਿਵਾਰ ਦੇ ਨਾਲ ਕੋਈ ਅਹੁਦਾ ਸਾਂਝਾ ਨਹੀਂ ਕਰਨਾ, ਉਸ ਬਰਾਬਰ ਨਹੀਂ ਲੈਣਾ, ਉਸ ਸੂਚੀ ਦੇ ਵਿੱਚ ਨਹੀਂ ਰਹਿਣਾ, ਮੈਨੂੰ ਬਾਹਰ ਕੱਢ ਦਿਓ ਤੇ ਮੈਂ ਇੱਦਾਂ ਨਹੀਂ ਰਹਿ ਸਕਦੀ ਕਿਉਂਕਿ ਜੋ ਇਤਿਹਾਸ ਆ, ਜੋ ਪਿੱਛੇ ਵਾਪਰਿਆ ਆ, ਉਹ ਮੈਨੂੰ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਕਿਉਂਕਿ ਮਾਸਟਰ ਤਾਰਾ ਸਿੰਘ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਉਹ ਆਉਂਦੇ ਨੇ ਤੇ ਉਹ ਘਟਨਾਕ੍ਰਮ ਕੀ ਉਹ ਸਾਰਾ ਕੁਝ ਵਾਪਰਨ ਤੋਂ ਬਾਅਦ ਵੀ ਇਸ ਗੱਲ ਦਾ ਅਹਿਸਾਸ ਨਹੀਂ ਕਰਵਾਉਂਦਾ ਇਸ ਪੰਥਕ ਪਾਰਟੀ ਨੂੰ, ਆਪਣੇ ਵੱਲੋਂ ਜਿਹੜੀ ਕਹਿੰਦੀ ਹੈ ਪੰਥਕ ਕਿੰਨੀ ਆ ਜਾਂ ਹੈ ਨਹੀਂ ਹੈ ਲੋਕ ਜਾਣਦੇ ਆ, ਉਹਨੂੰ ਇਹਦਾ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਕੀ ਕੁਝ ਕੀਤਾ ਤੇ ਹੁਣ ਕੀ ਕਰਨ ਦੀ ਲੋੜ ਹੈ। ਦੇਖੋ, ਸ਼੍ਰੋਮਣੀ ਅਕਾਲੀ ਦਲ ਹੁਣ ਪੰਥਕ ਪਾਰਟੀ ਨਹੀਂ ਰਹੀ। ਇਹ 95 ਦੇ ਵਿੱਚ ਵੀ ਜਿਹੜੀ ਮੋਗਾ ਕਾਨਫਰੰਸ ਹੋਈ ਸੀ ਉਦੋਂ ਹੀ ਇਹਨੂੰ ਕਹਿ ਦਿੱਤਾ ਗਿਆ ਸੀ ਵੀ ਇਹ ਹੁਣ ਪੰਜਾਬੀ ਪਾਰਟੀ ਬਣ ਗਈ ਹੈ। ਜਿਹੜੇ ਪੰਥਕ ਮੁੱਦੇ ਛੱਡਦੇ ਜਾ ਰਹੇ ਬਾਰ-ਬਾਰ, ਇਹ ਨਹੀਂ ਇਹਨਾਂ ਨੇ ਪੰਥਕ ਮੁੱਦੇ ਬਹੁਤ ਛੱਡਿਆ। ਤੁਸੀਂ ਦੇਖੋ ਵੀ ਜੇ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਐਡੇ ਹਾਲਾਤ ਖਰਾਬ ਹੋਏ, ਜਿਹੜੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਮਤਾ ਪਾਸ ਕੀਤਾ ਸ਼੍ਰੀ ਅਨੰਦਪੁਰ ਸਾਹਿਬ ਦਾ, ਉਹਨੂੰ ਛੱਡਿਆ। ਹੋਰ ਜਿੰਨੇ ਵੀ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਜਦੋਂ ਗੱਲ ਆਉਂਦੀ ਸੀਗੀ ਸ਼੍ਰੋਮਣੀ ਅਕਾਲੀ ਦਲ ਨੇ ਉਹ ਛੱਡੀ।
ਜਦੋਂ GST ਦਾ ਮੁੱਦਾ ਜਾਣੀ ਕਿ ਕੇਂਦਰ ਸਰਕਾਰ ਨੇ ਹੁਣ ਪਾਸ ਕੀਤਾ ਸੀ ਉਹ ਛੱਡਿਆ। ਜੰਮੂ ਕਸ਼ਮੀਰ ਦੇ ਵਿੱਚ ਜੋ ਕੁਝ ਹੋਇਆ ਉਹਦੇ 300 ਧਾਰਾ 70 ਜਿਹੜੀ ਹੈਗੀ ਆ ਉਹ ਤੋੜੀ ਗਈ। ਸ਼੍ਰੋਮਣੀ ਅਕਾਲੀ ਦਲ ਉਹਦੇ ਵਿਰੁੱਧ ਤੇ ਸਰਕਾਰ ਮੋਦੀ ਸਰਕਾਰ ਦੇ ਹੱਕ ਵਿੱਚ ਭੁਗਤਿਆ। ਇੱਦਾਂ ਹੀ ਬਹੁਤ ਸਾਰੀਆਂ ਗੱਲਾਂ ਖਾਸ ਕਰਕੇ ਫੈਡਰਲ ਢਾਂਚੇ ਦੇ ਵਿੱਚ ਜਿਹਦਾ ਇਹੋ ਉਲੰਬਰਦਾਰ ਰਿਹਾ ਸ਼੍ਰੋਮਣੀ ਅਕਾਲੀ ਦਲ ਕਿ ਸਟੇਟਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ, ਉੱਥੇ ਇਹਨੇ ਸਰੈਂਡਰ ਕਰ ਦਿੱਤਾ ਸੀ। ਇਹ ਲੋਕ ਜਾਣ ਗਏ ਨੇ। ਆਹ ਜੇ ਆਪਾਂ ਤਾਜ਼ੀ ਘਟਨਾਕ੍ਰਮ ਨੂੰ ਜੋੜ ਲਈਏ, ਜਿਹੜੇ ਹੁਣ ਅੰਦੋਲਨ ਚੱਲਦਾ ਵੱਡਾ, ਉਹਦੇ ਵਿੱਚ ਵੀ ਹੁਣ ਇਹਨੂੰ ਪਾਰਟੀ ਨੂੰ ਜੇ ਵਿਰੋਧ ਤਿੱਖੇ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਇਹੋ ਹੀ ਆ ਕਿ ਇਹਨਾਂ ਦਾ ਦੋਹਰਾ ਜਿਹੜਾ ਕਿਰਦਾਰ ਆ, ਅਖੀਰ ਤੱਕ ਬਿੱਲ ਪਾਸ ਹੋਣ ਤੋਂ ਕੁਝ ਦਿਨ ਪਹਿਲਾਂ ਤੱਕ ਉਹਦੀ ਹਮਾਇਤ ਕਰਦੇ ਰਹੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਮਾਇਤ ਕੀਤੀ, ਕੇਂਦਰੀ ਮੰਤਰੀ ਹੁੰਦਿਆਂ ਹੋਇਆ ਹਰਸਿਮਰਤ ਕੌਰ ਨੇ ਹਮਾਇਤ ਕੀਤੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਮਾਇਤ ਕੀਤੀ ਤੇ ਥੱਲੇ ਉਸ ਪਾਰਟੀ ਨੇ ਤਾਂ ਸਾਰੀ ਨੇ ਕਰਨੀ ਸੀ। ਪਰ ਜਦੋਂ ਵਿਰੋਧ ਤਿੱਖਾ ਹੋ ਗਿਆ ਫਿਰ ਇਹਨਾਂ ਨੂੰ ਉਹ ਅਹੁਦਾ ਵੀ ਛੱਡਣਾ ਪਿਆ, BJP ਨਾਲੋਂ ਨਾਤਾ ਵੀ ਤੋੜਨਾ ਪਿਆ ਤੇ ਪਰ ਇਹਨਾਂ ਦੀ ਉਹ ਗੱਲ ਨਹੀਂ ਬਣੀ। ਪਰ ਮਸਲਾ ਇਹ ਨਾ ਨਾਲੀ ਸਾਹਿਬ ਇੱਕ ਮੈਂ ਜਿਹੜੀ ਇਹ ਗੱਲ ਹੈਗੀ ਆ ਉਹ ਇਹ ਆ ਵੀ ਕਿਰਦਾਰ ਦੇ ਵਿੱਚ ਜਿਹੜਾ ਕਿਰਦਾਰ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਜਾਣਿਆ ਜਾਂਦਾ ਸੀ। ਤੁਸੀਂ ਮਨੁੱਖੀ ਅਧਿਕਾਰਾਂ ਦੇ ਹੱਕਾਂ ਦੀ ਲੜਾਈ ਲੜਨੀ ਸੀ। ਬਿਲਕੁਲ ਉਹ ਜਿਹੜਾ ਜੇ 86 ਵਾਲੀ ਘਟਨਾ ਦੇ ਵਿੱਚ ਤੁਸੀਂ ਲੜਾਈ ਲੜਦੇ ਆ, ਪੁਲਿਸ ਅਫਸਰਾਂ ਨੂੰ ਫਾਹੇ ਟੰਗਦੇ ਆ, ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੰਦੇ ਆ ਤੇ ਲੋਕਾਂ ਦੇ ਵਿੱਚ ਇਹ ਸਥਾਪਿਤ ਹੋਣੀ ਸੀ ਗੱਲ। ਜੇ ਤੁਸੀਂ ਲੋਕਾਂ ਲਈ ਖੜਦੇ ਆ ਸਥਾਪਿਤ ਹੋਣੀ ਸੀ। ਹੁਣ ਤਾਂ ਟੋਟਲ ਇਹ ਨਹੀਂ ਇਕੱਲਾ ਇਹਨਾਂ ਨੇ, ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਲੈਕਸ਼ਨਾਂ ਨੂੰ ਜਿਹੜਾ ਵਪਾਰ ਬਣਾ ਲਿਆ ਹੈਗਾ। ਕਾਰੋਬਾਰ ਤੱਕ ਸੀਮਤ ਆ, ਪੈਸੇ ਇਨਵੈਸਟ ਕਰੋ ਤੇ ਸੱਤਾ ਜਾ ਕੇ ਉਹਦੀ ਕਮਾਈ ਕਰੋ। ਮੈਂ ਨਾ ਇਸੇ ਨੁਕਤੇ ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਿਹੜਾ ਤੁਸੀਂ ਆਖਰ ਦੇ ਵਿੱਚ ਗੱਲ ਕੀਤੀ ਹੈ। ਮਸਲਾ ਤਾਂ ਉੱਥੇ ਆਣ ਕੇ ਅਟਕ ਜਾਂਦਾ ਹੈ ਕਿ ਜਿਹੜੀ ਪੰਥਕ ਜਮਾਤ ਆਪਣੇ ਆਪ ਨੂੰ ਅਖਵਾਉਂਦੀ ਸੀ, ਧਿਰ ਅਖਵਾਉਂਦੀ ਸੀ, ਅਲੰਬਰਦਾਰ ਅਖਵਾਉਂਦੀ ਸੀਗੀ, ਉਹਨੂੰ ਵੀ ਉਹਦੇ ਰਾਜ ਦੇ ਵਿੱਚ ਵੀ ਇਨਸਾਫ ਨਹੀਂ ਮਿਲਦਾ। ਕਾਂਗਰਸ ਵੀ ਵਾਅਦਾ ਕਰਦੀ ਹੈ ਇਸ ਵਾਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹਦੇ ਰਾਜ ਦੇ ਵਿੱਚ ਵੀ ਇਨਸਾਫ ਨਹੀਂ ਮਿਲਦਾ ਤੇ ਫਿਰ ਲੋਕ ਜਿਹੜੇ ਹੈਗੇ ਆ, ਚਾਹੇ ਸਾਕਾ ਨਕੋਦਰ ਦੀ ਗੱਲ ਕਰ ਲਈਏ, ਚਾਹੇ ਬਹਿਬਲ ਕਲਾਂ ਬਰਗਾੜੀ ਕਾਂਡ ਦੀ ਗੱਲ ਕਰ ਲਈਏ ਤੇ ਚਾਹੇ ਹੋਰ ਜੋ ਕੁਝ ਹੋਇਆ ਵਾਪਰਿਆ ਉਹਦੀ ਗੱਲ ਕਰ ਲਈਏ, ਤੇ ਫਿਰ ਲੋਕ ਵਿਸ਼ਵਾਸ ਕਿੱਥੇ ਕਰਨ, ਕਿੱਥੋਂ ਉਮੀਦ ਰੱਖਣ ਕਿ ਸਾਨੂੰ ਇਨਸਾਫ ਮਿਲ ਜਾਏਗਾ। ਬਿਲਕੁਲ ਜੀ, ਇੱਥੇ ਇਨਸਾਫ ਜਦੋਂ ਸੰਵਿਧਾਨ ਅਨੁਸਾਰ ਕੰਮ ਹੀ ਨਹੀਂ ਹੋ ਰਿਹਾ, ਕੋਈ ਵੀ ਪਾਰਟੀ ਸੱਤਾ 'ਚ ਆ ਕੇ ਇਨਸਾਫ ਤੁਹਾਨੂੰ ਸੰਵਿਧਾਨ ਮੁਤਾਬਕ ਚੱਲ ਹੀ ਨਹੀਂ ਰਹੀ, ਤੁਸੀਂ ਇਨਸਾਫ ਦੀ ਉਮੀਦ ਕਰ ਹੀ ਨਹੀਂ ਸਕਦੇ। ਜਿਹੜੀ ਬਰਗਾੜੀ ਦੇ ਵਿੱਚ ਜੋ ਕੁਝ ਵੀ ਘਟਨਾਵਾਂ ਵਾਪਰੀਆਂ ਤੇ ਨਕੋਦਰ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ, ਜਦੋਂ ਤੁਸੀਂ ਦੇਖੋ 35 ਸਾਲ ਹੋ ਗਏ ਤੇ ਹੁਣ 2015 ਦੀਆਂ ਜਿਹੜੀਆਂ ਬੇਅਦਬੀ ਵਾਲੀਆਂ ਘਟਨਾਵਾਂ, ਇਹਨੂੰ ਜਦੋਂ ਜੋੜ ਕੇ ਦੇਖੋਗੇ ਜਾਂ ਦੇਖੋਗੇ ਸਾਰਾ ਕੁਝ, ਕੋਈ ਪੁਲਿਸ ਦੇ ਵਤੀਰੇ ਦੇ ਵਿੱਚ ਫਰਕ ਨਹੀਂ ਹੈਗਾ, ਕੋਈ ਉਹਨਾਂ ਦੇ ਝੂਠੇ ਜਾਣੀ ਕਿ ਸਬੂਤ ਇਕੱਠੇ ਕਰਨ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਉੱਦਾਂ ਹੀ ਜਿੱਦਾਂ 86 ਦੇ ਵਿੱਚ ਪੁਲਿਸ ਨੇ ਕੀਤਾ, ਉੱਦਾਂ ਹੀ ਸਾਰਾ ਕੁਝ ਉੱਥੇ ਬਰਗਾੜੀ ਵਾਲੀ ਘਟਨਾ ਵਿੱਚ ਵੀ ਇੱਦਾਂ ਹੀ ਵਾਪਰਿਆ ਹੈਗਾ। ਤੁਸੀਂ ਦੇਖੋ ਇਹਦਾ ਮਤਲਬ ਪੁਲਿਸ ਦੇ ਰਵੱਈਏ ਦੇ ਵਿੱਚ, ਸਟੇਟ ਦੇ ਰਵੱਈਏ ਦੇ ਵਿੱਚ ਕੋਈ ਫਰਕ ਨਹੀਂ ਆਇਆ। ਤੁਸੀਂ ਇੱਕ ਮੈਂ ਚਾਹੁੰਦਾ ਵੀ ਜਿਹੜਾ ਉਸ ਪਰਿਵਾਰ ਦਾ ਸਿਰੜ ਦੇਖੋ ਕਿ 35 ਸਾਲ ਤੋਂ ਨੰਗੇ ਧੜ ਲੜ ਰਹੇ ਆ ਤੇ ਉਹਨਾਂ ਨੇ ਇਸ ਮੁੱਦੇ ਨੂੰ, ਇਸ ਵੱਡੀ ਘਟਨਾ ਨੂੰ ਦੁਨੀਆ ਦੇ ਵਿੱਚ ਕੇਂਦਰ ਬਿੰਦੂ ਦੇ ਵਿੱਚ ਲੈ ਆਂਦਾ ਵੀ ਹੁਣ ਗੱਲ ਕਰੋ ਤੇ ਹੁਣ ਗੱਲ ਕਰਨੀ ਪੈਣੀ ਆ। ਇਹ ਸਿੱਖਾਂ ਦੀ ਸਰਮੌਰ ਜਥੇਬੰਦੀਆਂ ਨੂੰ ਵੀ ਕਰਨੀ ਪੈਣੀ ਆ, ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਨੂੰ ਵੀ ਇਹਦੇ ਤੇ ਗੱਲ ਕਰਨੀ ਪੈਣੀ ਆ। ਦੇਖੋ ਇਹਦੇ ਤੇ ਸ਼੍ਰੋਮਣੀ ਕਮੇਟੀ ਨੇ ਵੀ ਆਪਣੀ ਜਾਂਚ ਬਣਾਈ ਸੀ, ਉਹਦੀ ਰਿਪੋਰਟ ਵੀ ਜਨਤਕ ਨਹੀਂ ਹੋ ਰਹੀ। ਉਹ ਕਿਉਂ ਨਹੀਂ ਹੋ ਰਹੀ? ਬਿਲਕੁਲ ਉਹ ਕਿਉਂ ਨਹੀਂ ਹੋ ਰਹੀ? ਦੇਖੋ ਉਹਦੇ ਵਿੱਚ ਜਿਹੜੇ ਹੁਣ ਉਦੋਂ ਅਫਸਰ ਸੀਗੇ, ਹੁਣ ਉਹ ਅਕਾਲੀ ਦਲ ਦੇ ਵਿੱਚ ਆ, ਉਹ ਰਿਪੋਰਟ ਮੈਨੂੰ ਨਹੀਂ ਲੱਗਦਾ ਵੀ ਉਹ ਬਾਹਰ ਕਰਨਗੇ, ਜਦ ਕਿ ਉਹ ਬਾਹਰ ਕਰਨੀ ਚਾਹੀਦੀ ਆ। ਸਰਕਾਰ ਦਾ ਜਿਹੜਾ ਦੂਜਾ ਹਿੱਸਾ ਆ ਰਿਪੋਰਟ ਦਾ, ਉਹ ਵੀ ਯਾਨੀ ਕਿ ਅਜੇ ਤੱਕ ਬਾਹਰ ਨਹੀਂ ਆਇਆ। ਹੁਣ ਇਹ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਵੀ ਗਿਆ ਹੋਇਆ, ਉਹਦੇ ਵਿੱਚ ਵੀ ਅਜੇ ਤਰੀਕਾਂ ਹੀ ਪੈ ਰਹੀਆਂ, ਹਜੇ ਉਹ ਕਿਸੇ ਕੋਈ ਫੈਸਲੇ ਵੱਲ ਨਹੀਂ ਹੋਈ। ਮੈਂ ਨਾ ਹੁਣ ਵਿਰਾਮ ਵੱਲ ਨੂੰ ਜੇ ਜਾਣਾ ਹੋਵੇ, ਹਾਲਾਂਕਿ ਮੁੱਦੇ ਇਹ ਆ, ਇਹਨਾਂ ਦੇ ਉੱਤੇ ਜਿੰਨੀ ਚਰਚਾ ਕਰ ਲਓ ਉਨੀ ਥੋੜ੍ਹੀ ਹੈ, ਪਰ ਫਿਰ ਵੀ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਉੱਠਣੀ ਸ਼ੁਰੂ ਹੋ ਗਈ ਆ। 10 ਤੋਂ ਵੱਧ ਮੁਲਕਾਂ ਦੇ ਵਿੱਚ ਅੱਜ ਇਸ ਸੰਬੰਧੀ ਜਿਹੜੇ ਆ ਉਹ ਅਰਦਾਸ ਵੀ ਕੀਤੀ ਜਾਏਗੀ, ਮਤੇ ਵੀ ਪੁਗਾਏ ਜਾਣਗੇ। ਹੁਣ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਇਹ ਮੁੱਦਾ ਉੱਠ ਰਿਹਾ ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਉਮੀਦ ਵੱਝਦੀ ਹੈ ਕਿ ਇਨਸਾਫ ਮਿਲ ਜਾਏਗਾ, ਜਾਂ ਲੱਗਦਾ ਹੈ ਕਿ ਗੱਲ ਤਾਂ ਦੂਰ ਤੱਕ ਜਾਏਗੀ ਪਰ ਇਨਸਾਫ ਲਈ ਅਜੇ ਲੰਬਾ ਇੰਤਜ਼ਾਰ ਕਰਨ ਦੀ ਲੋੜ ਹੈਗੀ ਆ? ਦੇਖੋ ਜਿਹੜੀ ਇਹ ਅੰਤਰਰਾਸ਼ਟਰੀ ਮੁੱਦਾ ਬਣ ਚੁੱਕਾ, UNO ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰ ਸੰਗਠਨ ਆ, ਉਹਦੇ ਵਿੱਚ ਜਿਹੜੇ ਮੇਨ ਆਗੂ ਨੇ ਡਾਕਟਰ ਇਕਤਦਾਰ ਚੀਮਾ ਜੀ,
ਉਹ ਇਸ ਮੁੱਦੇ ਨੂੰ ਦੇਖੋ ਉਹ ਕੌਮਾਂਤਰੀ ਮੰਚ ਦੇ UNO ਦੇ ਮੰਚ ਦੇ ਉੱਤੇ ਉਠਾ ਚੁੱਕਿਆ ਕਿ ਨਕੋਦਰ ਦੇ ਵਿੱਚ ਜਿਹੜਾ ਕਾਂਡ 1986 'ਚ ਵਾਪਰਿਆ ਸੀ ਉਹ ਅਣਮਨੁੱਖੀ ਸੀਗਾ ਜੀ। ਤੁਸੀਂ ਦੇਖੋ ਵੀ UNO ਦਾ ਮਨੁੱਖੀ ਅਧਿਕਾਰ ਸੰਗਠਨ ਦੇ ਆ ਜਿਹੜਾ ਮੁੱਖ ਬੰਦਾ ਹੈਗਾ ਡਾਕਟਰ ਇਕਤਦਾਰ ਚੀਮਾ, ਉਹ ਗੱਲ ਕਰ ਰਿਹਾ ਹੈਗਾ। ਹੋਰ ਵੱਡੇ ਵੱਡੇ ਬੰਦੇ ਇਹਦੇ ਤੇ ਬੋਲ ਰਹੇ ਆ। ਜਿਹੜਾ ਸੈਕੰਡ ਇਨ ਕਮਾਂਡ ਆ ਜਿਹੜਾ UNO ਦਾ ਸੈਕਟਰੀ ਤੋਂ ਬਾਅਦ ਦਾ, ਉਹ ਬੋਲੇ ਇਹਦੇ ਤੇ। ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਅਸੀਂ ਪੁਰਾਣੇ ਸਾਕਿਆਂ ਤੋਂ ਯਾਦ ਕਰ ਲੈਂਦੇ ਹਾਂ। ਮੈਂ ਅੱਜ ਪਹਿਲੇ ਘੱਲੂਘਾਰੇ ਦੀ ਗੱਲ ਕੀਤੀ, ਅਸਾਂ ਦੂਸਰੇ ਘੱਲੂਘਾਰੇ ਦੀ ਗੱਲ ਕੀਤੀ, ਅਸਾਂ 84 ਤੋਂ ਲੈ ਕੇ 96 ਤੱਕ ਜੋ ਸਿੱਖ ਕੌਮ ਦੇ ਨਾਲ ਵਰਤਾਰਾ ਹੋਇਆ, ਘੱਲੂਘਾਰਾ ਹੋਇਆ, ਉਹਦੀ ਗੱਲ ਕੀਤੀ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਕਿ 4 ਫਰਵਰੀ 1986 ਨੂੰ ਜਿਸ ਤਰ੍ਹਾਂ ਸਾਕਾ ਨਨਕਾਣਾ ਸਾਹਿਬ ਵਾਪਰਿਆ, ਇਸੇ ਤਰ੍ਹਾਂ ਹੀ 4 ਫਰਵਰੀ 1986 ਨੂੰ ਸਾਕਾ ਨਕੋਦਰ ਸਾਹਿਬ ਵੀ ਵਾਪਰਿਆ ਹੈ, ਜਿਹਦੇ ਵਿੱਚ ਸਿੱਖ ਜਿਹੜੇ ਬੜੇ ਸ਼ਾਂਤਮਈ ਢੰਗ ਦੇ ਨਾਲ ਔਰ ਆਮ ਸਿੱਖ ਛੋਟੇ ਨੌਜਵਾਨ ਜਿਹੜੇ ਪ੍ਰੋਟੈਸਟ ਕਰ ਰਹੇ ਸਨ ਪੀਸਫੁਲੀ, ਉਹਨਾਂ 4 ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਅੱਜ 33 ਸਾਲ ਗੁਜ਼ਰਨ ਦੇ ਬਾਅਦ ਵੀ ਉਹਨਾਂ ਦੀਆਂ ਫੈਮਲੀਆਂ ਨੂੰ ਇਨਸਾਫ ਨਹੀਂ ਮਿਲਿਆ। ਉਹਨਾਂ ਦੇ ਘਰ ਵਾਲੇ ਅੱਜ ਵੀ ਸੰਘਰਸ਼ ਕਰ ਰਹੇ ਨੇ ਕਿ ਉਸ ਸਾਕਾ ਨਕੋਦਰ ਦੇ ਜਿਹੜੇ ਫੈਕਟਸ ਨੇ ਉਹਨੂੰ ਕੌਮ ਦੇ ਸਾਹਮਣੇ ਲਿਆਇਆ ਜਾਏ, ਉਹ ਤੇ ਜੁਡੀਸ਼ੀਅਲ ਇਨਕੁਆਇਰੀ ਕਰਵਾਈ। ਪਰ ਅੱਜ ਤੱਕ ਇੰਡੀਅਨ ਸਰਕਾਰ ਉਸ ਜੁਡੀਸ਼ੀਅਲ ਇਨਕੁਆਇਰੀ ਨੂੰ ਪਬਲਿਕ ਕਰਨ ਨੂੰ ਤਿਆਰ ਨਹੀਂ ਹੈ। ਇਹਦੇ ਨਾਲ ਦੋ ਗੱਲਾਂ ਹੁੰਦੀਆਂ, ਇੱਕ ਤਾਂ ਮੁੱਦਾ ਕੌਮਾਂਤਰੀ ਪੱਧਰ ਦੀ ਪਛਾਣ ਬਣਾ ਗਿਆ, ਦੂਜਾ ਇਹ ਆ ਵੀ ਇੱਥੇ ਦੀ ਸਰਕਾਰ ਜਿਹੜੀ ਆ ਉਹ ਇੱਕ ਖਾਸ ਤਬਕੇ ਨੂੰ ਇਨਸਾਫ ਦੇਣਾ ਨਹੀਂ ਚਾਹੁੰਦੀ। ਉਹਦਾ ਖਾਸਾ ਨਹੀਂ ਬਦਲਿਆ। ਸੈਂਟਰ ਦੇ ਵਿੱਚ ਚਾਹੇ ਜਿਹਦੀ ਮਰਜ਼ੀ ਪਾਰਟੀ ਦੀ ਸਰਕਾਰ ਆ ਜਾਵੇ, ਉਹਦਾ ਜਿਹੜਾ ਪੰਜਾਬ ਨੂੰ ਤੇ ਸਿੱਖਾਂ ਨੂੰ ਦੇਖਣ ਦਾ ਨਜ਼ਰੀਆ ਹੈਗਾ, ਉਹਦੇ ਵਿੱਚ ਕੋਈ ਬਦਲਾਅ ਨਹੀਂ ਆਇਆ। ਉਹਦੇ ਵਿੱਚ ਕੋਈ ਬਦਲਾਅ ਨਹੀਂ ਆਇਆ। ਹਾਲਾਂਕਿ ਇਸ ਵੇਲੇ ਕਿਸਾਨੀ ਮੁੱਦਾ ਭਾਰੂ ਹੈ, ਬਹੁਤ ਲਾਜ਼ਮੀ ਵੀ ਹੈ, ਖੂਨ ਦੀ ਲੜਾਈ ਹੈ ਤੇ ਉਹਦੇ ਉੱਤੇ ਚਰਚਾ ਹੀ ਹੋਣੀ ਚਾਹੀਦੀ ਆ। ਪਰ ਕਈ ਵਾਰੀ ਕੀ ਹੁੰਦਾ ਕਿ ਕੁਝ ਮੁੱਦੇ ਭਾਰੂ ਹੁੰਦੇ ਆ ਤੇ ਕਈ ਅਹਿਮ ਨੁਕਤੇ ਜਿਹੜੇ ਆ ਉਹਦੇ ਵਿੱਚ ਦੱਬ ਕੇ ਰਹਿ ਜਾਂਦੇ ਆ। ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੁਕਤਿਆਂ ਨੂੰ ਵੀ ਵਕਤ ਬਾ ਵਕਤ ਜ਼ਰੂਰ ਉਠਾਇਆ ਜਾਵੇ, ਜਿਹੜੇ ਅਕਸਰ ਅੱਖੋਂ ਪਰੋਖੇ ਕਰ ਦਿੱਤੇ ਜਾਂਦੇ ਨੇ ਪਰ ਹੁੰਦੇ ਬਹੁਤ ਅਹਿਮ ਆ। ਹੁਣ ਦੇਖਣਾ ਹੋਏਗਾ ਕਿ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਇਹ ਮਾਮਲਾ ਪਹੁੰਚ ਚੁੱਕਾ ਹੈ ਤੇ ਇਹਦੇ ਬਾਬਤ ਕਿੰਨਾ ਕੁ ਸਾਡੀਆਂ ਸਰਕਾਰਾਂ ਸੰਜੀਦਾ ਹੁੰਦੀਆਂ ਨੇ ਤੇ ਪੀੜਤ ਧਿਰਾਂ ਨੂੰ ਇਨਸਾਫ ਦਿਵਾਉਣ ਦੇ ਵੱਲ ਵੱਧਦੀਆਂ ਨੇ। ਇਹ ਉਮੀਦ ਤਾਂ ਰੱਖੀ ਜਾ ਸਕਦੀ ਹੈ ਕਿ ਸ਼ਾਇਦ ਜੇ ਕਿਸਾਨ ਅੰਦੋਲਨ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਟਵੀਟ ਹੁੰਦਾ ਹੈ ਤੇ ਹਲਚਲ ਮਚ ਜਾਂਦੀ ਹੈ, ਜੇ ਹੁਣ 10 ਤੋਂ ਵੱਧ ਮੁਲਕਾਂ ਦੇ ਵਿੱਚ ਇਸ ਨਕੋਦਰ ਸਾਕੇ ਨੂੰ ਲੈ ਕੇ ਅਰਦਾਸ ਹੁੰਦੀ ਹੈ, ਮਤੇ ਪੁਗਾਏ ਜਾਂਦੇ ਆ, ਕਿ ਇਹਨੂੰ ਲੈ ਕੇ ਵੀ ਇਸੇ ਤਰੀਕੇ ਨਾਲ ਹਲਚਲ ਹੁੰਦੀ ਹੈ ਤੇ ਇਨਸਾਫ ਵੱਲ ਕਦਮ ਵਧਾਏ ਜਾਂਦੇ ਆ, ਜਾਂ ਫਿਰ ਜਿਵੇਂ ਪਹਿਲਾਂ ਸਿਰਫ ਸੁੰਨ ਸਨਾਟਾ ਨਜ਼ਰ ਆ ਰਿਹਾ ਸੀਗਾ, ਹੁਣ ਵੀ ਉਸੇ ਤਰੀਕੇ ਦਾ ਸੁੰਨ ਸਨਾਟਾ ਪਸਰਿਆ ਨਜ਼ਰ ਆਵੇਗਾ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।